ਵੈਲਕਮ 8th ਕਲਾਸ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੀ ਕਰ ਰਹੇ ਹਾਂ ਵੀਕਲੀ ਸ਼ੀਟ ਨੰਬਰ 10। ਠੀਕ ਹੈ ਜੀ, ਅਤੇ ਇਹਦੇ ਵਿੱਚ ਕੀ ਹੈ ਰਿਵੀਜ਼ਨ, ਜੋ ਕੁਝ ਅਸੀਂ ਹੁਣ ਤੱਕ ਸਿੱਖਿਆ ਸਾਰੀਆਂ ਸ਼ੀਟਸ ਦੇ ਵਿੱਚ ਰਿਵਾਈਜ਼ ਕਰਨਾ ਸਟਾਰਟ ਕਰ ਰਹੇ ਹਾਂ। ਫਸਟ ਕੁਐਸਚਨ ਹੈ ਵਿਚ ਆਫ ਦੀਜ਼ ਸਟੇਟਮੈਂਟਸ ਇਜ਼ ਟਰੂ ਅਬਾਊਟ ਦਾ ਰੈਸ਼ਨਲ ਨੰਬਰ A/B। ਤਾਂ ਇਹਨਾਂ ਵਿੱਚੋਂ ਕਹਿੰਦੇ ਕਿਹੜਾ ਕਥਨ ਪਰਿਮੇਯ ਸੰਖਿਆਵਾਂ ਬਾਰੇ ਸਹੀ ਹੈ। ਪਹਿਲਾਂ ਦੇਖੋ ਐਡੀਟਿਵ ਆਈਡੈਂਟਿਟੀ, ਸਾਰੇ ਜਿਹੜੇ ਆਪਸ਼ਨਸ ਨੇ ਬੇਟਾ ਉਹਦੇ ਵਿੱਚ ਐਡੀਟਿਵ ਆਈਡੈਂਟਿਟੀ ਦੀ ਗੱਲ ਕੀਤੀ ਗਈ ਹੈ, ਕਿਸ ਦੀ? ਰੈਸ਼ਨਲ ਨੰਬਰ ਦੀ। ਤਾਂ ਸਭ ਤੋਂ ਪਹਿਲਾਂ ਬੇਟੇ ਆਪਾਂ ਜੁੜਾਤਮਕ ਤਤਸਮਕ ਯਾਨੀ ਕਿ ਐਡੀਟਿਵ ਆਈਡੈਂਟਿਟੀ ਬਾਰੇ ਫੇਰ ਜਾਣਦੇ ਹਾਂ। ਦੇਖੋ ਜੇ ਆਪਣੇ ਕੋਲ ਕੋਈ ਨੰਬਰ ਹੈ A, ਤਾਂ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਕੀ ਜੋੜੀਏ ਕਿ ਜਿਹੜਾ ਆਨਸਰ ਹੈ ਉਹ 0 ਆ ਜਾਵੇ। ਤਾਂ ਤੁਸੀਂ ਕਹੋਗੇ ਜੀ A ਦਾ ਨੈਗੇਟਿਵ ਜੋੜਾਂਗੇ, -A, 0 ਆਨਸਰ ਆ ਜਾਏਗਾ। ਤਾਂ ਬੇਟਾ ਜਿਹੜਾ ਆਪਾਂ ਇਹ -A ਜੋੜਿਆ ਇਹਨੂੰ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਜੁੜਾਤਮਕ ਉਲਟ, ਅਤੇ ਜੋ ਇਹਦਾ ਆਨਸਰ 0 ਬਣਦਾ ਹਰ ਹਾਲਤ ਵਿੱਚ 0 ਹੀ ਆਉਂਦਾ, ਉਸਨੂੰ ਕਹਿੰਦੇ ਹੁੰਦੇ ਆਪਾਂ ਐਡੀਟਿਵ ਆਈਡੈਂਟਿਟੀ। ਠੀਕ ਹੈ, ਤਾਂ ਹੁਣ ਸੇਮ ਇਹਦੇ ਵਿੱਚ ਰੈਸ਼ਨਲ ਨੰਬਰਸ ਦੇ ਲਈ ਵੀ ਲੱਗਦੀ ਹੈ ਇਹ ਜਿਹੜੀ ਪਰਿਭਾਸ਼ਾ। ਤਾਂ ਜੇ ਆਪਣੇ ਕੋਲ ਰੈਸ਼ਨਲ ਨੰਬਰ ਬੇਟਾ A/B ਹੈ, ਤਾਂ ਉਹਦੇ ਵਿੱਚ ਆਪਾਂ ਉਹਦਾ ਉਲਟ ਐਡੀਟਿਵ ਇਨਵਰਸ -A/B ਐਡ ਕਰਦੇ ਹਾਂ, ਤਾਂ ਆਨਸਰ ਕਿੰਨਾ ਆਉਂਦਾ? 0। ਤਾਂ ਐਡੀਟਿਵ ਆਈਡੈਂਟਿਟੀ ਕੀ ਰਹੇਗੀ? 0। ਤਾਂ ਆਪਾਂ ਦੇਖਦੇ ਹਾਂ ਆਪਸ਼ਨਸ ਦੇ ਵਿੱਚ ਕਿੱਥੇ ਲਿਖਿਆ ਹੋਇਆ, ਥਰਡ ਆਪਸ਼ਨ ਦੇ ਵਿੱਚ ਐਡੀਟਿਵ ਆਈਡੈਂਟਿਟੀ ਆਫ ਰੈਸ਼ਨਲ ਨੰਬਰ A/B ਇਜ਼ 0। ਕਲੀਅਰ ਹੈ ਜੀ। ਨੈਕਸਟ ਕੁਐਸਚਨ, ਸੇਮ ਐਡੀਟਿਵ ਆਈਡੈਂਟਿਟੀ ਐਡੀਟਿਵ ਇਨਵਰਸ ਇਹਨਾਂ ਦੇ ਉੱਪਰ ਹੀ ਬੇਸਡ ਹੈ ਅਗਲਾ ਕੁਐਸਚਨ। ਕੰਸੀਡਰ ਦਾ ਇਕੁਏਸ਼ਨ, ਦੇਖੋ ਇਹਨੇ ਆਪਾਂ ਨੂੰ ਇੱਕ ਇਕੁਏਸ਼ਨ ਦਿੱਤੀ ਹੈ m/5 ਪਲੱਸ ਮਾਈਨਸ ਦਾ m/5 ਇਜ਼ ਇਕੁਅਲ ਟੂ 0। ਤਾਂ ਫਿਰ ਪਛਾਣੋ ਬੇਟਾ ਇਹ ਕੀ ਹੈ? ਮਾਈਨਸ ਦਾ m/5 ਐਡੀਟਿਵ ਇਨਵਰਸ ਜੁੜਾਤਮਕ ਉਲਟਾ, 0 ਕੀ ਹੈ? ਜੁੜਾਤਮਕ ਤਤਸਮਕ। ਤਾਂ ਦੇਖਦੇ ਹਾਂ ਆਪਣੇ ਆਨਸਰਸ ਦੇ ਵਿੱਚ ਕੀ ਪੁੱਛ ਰਹੇ ਹੈ। ਮਾਈਨਸ ਦਾ m/5 ਕਹਿੰਦੇ ਐਡੀਟਿਵ ਇਨਵਰਸ ਹੈ m/5 ਦਾ, ਮਤਲਬ m/5 ਦਾ ਜੁੜਾਤਮਕ ਉਲਟ ਮਾਈਨਸ ਦਾ m/5 ਹੈ। ਅਗਲੇ 'ਚ ਉਹਨੇ ਕਹਿਤਾ ਕਿ ਐਡੀਟਿਵ ਆਈਡੈਂਟਿਟੀ ਹੈ, ਸਿਰੇ ਤੋਂ ਕ੍ਰੋਸ ਮਾਰ ਦਿਓ ਕਿਉਂਕਿ ਆਈਡੈਂਟਿਟੀ ਜਿਹੜੀ ਐਡੀਟਿਵ ਆਈਡੈਂਟਿਟੀ ਉਹ 0 ਹੁੰਦੀ ਹੈ। ਥਰਡ 'ਚੋਂ ਕਹਿ ਰਹੇ ਦੇਖੋ ਮਲਟੀਪਲੀਕੇਟਿਵ ਇਨਵਰਸ, ਇਸ 'ਤੇ ਵੀ ਕ੍ਰੋਸ ਕਰ ਦਿਓ। ਮਲਟੀਪਲੀਕੇਟਿਵ ਤਾਂ ਹੈ ਹੀ ਨਹੀਂ ਨਾ, ਇਹ ਐਡੀਟਿਵ ਹੀ ਹੈ, ਤਾਂ ਆਈਡੈਂਟਿਟੀ ਵੀ ਨਹੀਂ ਹੈ, ਤਾਂ ਕੀ ਹੋਊਗਾ ਰਾਜੇ? ਇਹ ਐਡੀਟਿਵ ਇਨਵਰਸ। ਤਾਂ ਮਾਈਨਸ ਦੇ m/5 ਬਾਰੇ ਪੁੱਛ ਰਹੇ ਹੈ, ਤਾਂ ਉਹ m/5 ਦਾ ਜੁੜਾਤਮਕ ਉਲਟਾ ਹੈ। ਕਲੀਅਰ ਹੈ ਜੀ। ਨੈਕਸਟ ਕੁਐਸਚਨ ਦੇਖੋ, ਅਗਲੇ ਕੁਐਸਚਨ ਦੇ ਵਿੱਚ ਆਪਾਂ ਨੂੰ ਕੁਝ ਨੰਬਰਸ ਦਿੱਤੇ ਹੋਏ ਨੇ। ਵਿਚ ਆਫ ਦਾ ਫੋਲੋਇੰਗ ਆਪਸ਼ਨਸ ਸ਼ੋ ਅ ਲਿਸਟ ਆਫ ਨੰਬਰਸ ਵਿਚ ਆਰ ਆਲ ਡਿਵਿਜ਼ੀਬਲ ਬਾਏ 3। ਤਾਂ ਕਹਿੰਦੇ ਦੱਸੋ ਇਹਨਾਂ 'ਚੋਂ ਕਿਹੜੀ ਆਪਸ਼ਨ ਦੇ ਸਾਰੇ ਹੀ ਜਿਹੜੇ ਸੰਖਿਆਵਾਂ ਨੇ ਉਹ 3 ਨਾਲ ਵੰਡੀਆਂ ਜਾਂਦੀਆਂ ਨੇ। ਤਾਂ ਰਾਜੇ ਰੂਲ ਯਾਦ ਕਰੋ, 3 ਨਾਲ ਕੋਈ ਸੰਖਿਆ ਕਦੋਂ ਵੰਡੀ ਜਾਂਦੀ ਹੈ? ਜਦੋਂ ਉਸਦੇ ਅੰਕਾਂ ਦਾ ਜੋੜ 3 ਨਾਲ ਵੰਡਿਆ ਜਾਂਦਾ ਹੋਵੇ। ਤਾਂ ਆਪਾਂ ਸਾਰੀਆਂ ਆਪਸ਼ਨਾਂ ਦੇ ਸਾਰੇ ਅੰਕਾਂ ਨੂੰ ਹੀ ਜੋੜ ਕੇ ਦੇਖਦੇ ਹਾਂ। ਫਸਟ ਤੋਂ ਸ਼ੁਰੂ ਕਰਦੇ ਹਾਂ। ਫਸਟ ਦਾ ਪਹਿਲਾ ਹੈਗਾ 672, ਤਾਂ ਤਿੰਨੋਂ ਡਿਜਿਟ ਜੋੜੋ, 7 ਤੇ 6 13, 13 'ਚ 2 ਜੋੜੋਗੇ ਜੀ 15। ਹਾਂਜੀ 15 ਤਾਂ 3 ਦੇ ਪਹਾੜੇ 'ਤੇ ਜਾਂਦਾ। ਨੈਕਸਟ ਵੀ ਜੋੜਦੇ ਹਾਂ 9 + 6 + 7 + 8 + 9। ਹਾਂਜੀ ਜੋੜੋ ਇਹਨਾਂ ਨੂੰ। 9 ਦੇ ਵਿੱਚ 6 ਜੋੜੋਗੇ ਜੀ 15, 15 ਦੇ ਵਿੱਚ 7 ਜੋੜੋਗੇ 22, 22 ਦੇ ਵਿੱਚ 8 ਜੋੜੋਗੇ 30, 30 ਦੇ ਵਿੱਚ 9 ਜੋੜੋਗੇ 39। ਯੈਸ, ਇਹ ਵੀ ਜਾਂਦਾ 3 ਦੇ ਟੇਬਲ 'ਤੇ। ਅਗਲਾ ਹੈ ਆਪਣੇ ਕੋਲੇ ਹਾਂਜੀ 9 ਦੇ ਵਿੱਚ 8 ਜੋੜੇ ਜੀ 17, 17 ਦੇ ਵਿੱਚ ਤੁਸੀਂ 7 ਜੋੜੋਗੇ ਬੇਟਾ 24। ਤਾਂ 15 ਵੀ 3 'ਤੇ ਡਿਵੀਜ਼ੀਬਲ ਹੈ, 39 ਵੀ 3 'ਤੇ ਡਿਵੀਜ਼ੀਬਲ ਹੈ, 24 ਵੀ 3 'ਤੇ ਡਿਵੀਜ਼ੀਬਲ ਹੈ। 3 ਨਾਲ ਤਿੰਨੋਂ ਸੰਖਿਆਵਾਂ ਇਹ ਵੰਡੀਆਂ ਜਾਂਦੀਆਂ ਨੇ। ਤਾਂ ਕਿਹੜੀ ਆਪਸ਼ਨ ਆਪਣੀ ਸਹੀ ਹੋਊਗੀ? ਫਸਟ ਆਪਸ਼ਨ, ਇਹਦੀਆਂ ਤਿੰਨੋਂ ਸੰਖਿਆਵਾਂ 3 ਨਾਲ ਵੰਡੀਆਂ ਜਾਂਦੀਆਂ ਨੇ। ਬਾਕੀਆਂ ਚੈੱਕ ਕਰਕੇ ਦੇਖ ਲਓ। ਦੇਖੋ ਪਹਿਲਾਂ ਹੀ ਚੈੱਕ ਕਰ ਲਓ, 6 ਹੈ 4 ਹੈ 3 ਹੈ, ਬਾਕੀ ਤਾਂ 0 ਸੀ ਨੇ। 6 ਤੇ 4 10 ਤੇ 3 13, 13 ਤਾਂ ਆਉਂਦਾ ਹੀ ਨਹੀਂ 3 ਦੇ ਪਹਾੜੇ 'ਤੇ। ਐਦਾਂ ਹੀ ਆਪਣੀਆਂ ਇਹਨਾਂ ਆਪਸ਼ਨਸ ਦੇ ਨਾਲ ਵੀ ਹੋਏਗਾ, ਇਹਨਾਂ ਦਾ ਜੋੜ ਕੋਈ ਵੀ 3 ਦੇ ਪਹਾੜੇ 'ਤੇ ਵੰਡਿਆ ਨਹੀਂ ਜਾਊਗਾ। ਠੀਕ ਹੈ ਜੀ। ਅਗਲਾ ਕੁਐਸਚਨ
थोड़ा जा ट्रिकी क्वेश्चन है, ध्यान देना इस पर। कंसीडर द 3 कंजीक्यूटिव नंबर्स, कहते 3 ABC लगातार संख्यावां लो तो A ਅਤੇ B ਦੇ ਵਿਚਕਾਰ 54 गैर पूर्ण वर्ग संख्यावां ने, 54 नॉन परफेक्ट स्केयर नंबर्स बिटवीन A एंड B। तो कहते किन्नियां संख्यावां ने नॉन परफेक्ट स्केयर नंबर ਜਿਹੜੇ B और C ਦੇ ਵਿਚਾਲੇ ਨੇ। हो गए कन्फ्यूज स्टेटमेंट पढ़ के? हाँ जी, लग्या भी ये तो बहुत औखा सवाल है बेटा। आप 6.1 ਦੇ ਵਿੱਚ ਸਮ ਕੀਤੇ ਨੇ ਵੀ ਜੇ ਆਪਣੇ ਕੋਲੇ 2 ਲਗਾਤਾਰ ਸੰਖਿਆਵਾਂ ਨੇ, ਦੇਖੋ ਤੁਹਾਡੇ ਕੋਲ ਇਹ ਸਮ ਹੈਗਾ ਉਹਦੇ 'ਚ ਵੀ 2 ਲਗਾਤਾਰ ਸੰਖਿਆਵਾਂ ਨੇ ਤਾਂ ਇਹਨਾਂ ਦੇ ਵਿਚਾਲੇ ਕਿੰਨੀਆਂ ਨੌਨ ਪਰਫੈਕਟ ਮਤਲਬ ਗੈਰ ਪੂਰਨ ਵਰਗ ਸੰਖਿਆਵਾਂ ਹੋਣਗੀਆਂ। ਤਾਂ ਆਪਾਂ ਕੀ ਕਰਦੇ ਹੁੰਦੇ ਆ, ਇਹਨਾਂ ਦੇ ਸਕੇਅਰਸ ਦੇ ਵਿਚਾਲੇ ਦੇਖਦੇ ਹੁੰਦੇ ਆ। ਤਾਂ ਜਾਂ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ ਵੀ 144 169 ਫਿਰ ਘਟਾ ਕੇ ਆਪਾਂ ਉਹਦੇ ਵਿੱਚ ਇੱਕ ਮਾਈਨਸ ਕਰਕੇ ਦੇਖ ਲੈਂਦੇ ਹੁੰਦੇ ਹਾਂ। ਇੱਕ ਢੰਗ ਕੀ ਹੈ ਕਿ ਇਹ ਲਗਾਤਾਰ ਸੰਖਿਆਵਾਂ ਨੇ, ਜਿਹੜੀ ਛੋਟੀ ਸੰਖਿਆ ਉਹ n ਹੈ, ਵੱਡੀ ਸੰਖਿਆ n+1 ਹੈ, ਤਾਂ ਇਹਨਾਂ ਦੇ ਵਿਚਾਲੇ ਕਿੰਨੀਆਂ ਨੌਨ ਪੂਰਨ ਵਰਗ ਸੰਖਿਆਵਾਂ ਨੇ 2n, ਮਤਲਬ 2 × 12 24। ਤਾਂ ਇਹੀ ਰੂਲ ਆਪਾਂ ਇਸ ਸਮ ਦੇ ਵਿੱਚ ਲਗਾਉਣਾ। ਆਪਣੇ ਕੋਲ 3 ਸੰਖਿਆਵਾਂ ਨੇ A B ਅਤੇ C ਲਗਾਤਾਰ ਨੇ, ਪਹਿਲੀਆਂ 2 ਦੇ ਵਿਚਾਲੇ ਕਿੰਨੀਆਂ ਸੰਖਿਆਵਾਂ ਨੇ 54। ਤਾਂ ਇਹ 54 ਆਇਆ ਕਿਵੇਂ ਸੀ, 2n ਨੂੰ ਗੁਣਾ ਕਰਕੇ, 2n ਲਗਾ ਕੇ। n ਕੀ ਸੀ, ਛੋਟੀ ਸੰਖਿਆ, ਤਾਂ ਛੋਟੀ ਸੰਖਿਆ ਕਿਹੜੀ ਆ ਆਪਣੇ ਕੋਲੇ A। ਤਾਂ ਇੱਥੋਂ ਬੇਟਾ ਆਪਣੇ ਕੋਲੇ ਇੱਕ ਸੰਖਿਆ ਆ ਜੂਗੀ 54/2 ਕਰਕੇ, ਕਿੰਨੀ ਆ ਗਈ 27। ਤਾਂ ਹੁਣ ਇਹ ਲਗਾਤਾਰ ਸੰਖਿਆਵਾਂ ਸੀ ਤਾਂ ਪਹਿਲੀ 27 ਹੋਊਗੀ, ਉਸ ਤੋਂ ਅਗਲੀ 28, ਉਸ ਤੋਂ ਅਗਲੀ 29। ਹੁਣ ਆਪਾਂ ਨੂੰ ਪੁੱਛਿਆ ਸੀ ਵੀ ਇਸ B ਔਰ C ਦੇ ਵਿਚਾਲੇ ਕਿੰਨੀਆਂ ਨੌਨ ਪਰਫੈਕਟ ਸਕੇਅਰ ਨੰਬਰ ਨੇ, ਤਾਂ ਛੋਟਾ ਕਿਹੜਾ ਜੀ ਇਹਨਾਂ ਚੋਂ 28, 28 ਨੂੰ 2 ਨਾਲ ਗੁਣਾ ਕਰਾਂਗੇ 56। ਤਾਂ ਕਿੰਨਾ ਆਨਸਰ ਆ ਜਾਊਗਾ ਇਸ ਕੁਐਸਚਨ ਦਾ 56। ਕਲੀਅਰ ਹੋ ਗਿਆ ਇਹ ਸਮ? ਦੁਬਾਰਾ ਦੇਖੋ, ਜਦੋਂ ਆਪਣੇ ਕੋਲ ਬੇਟਾ ਤੁਹਾਡੇ ਕੋਲ ਇਹ ਸਮ ਵੀ ਹੈਗਾ ਤੁਹਾਡੀ ਬੁੱਕ ਦੇ ਵਿੱਚ ਵੀ 98 ਔਰ 99 ਦੇ ਵਰਗਾਂ ਦੇ ਵਿਚਾਲੇ ਕਿੰਨੀਆਂ ਗੈਰ ਪੂਰਨ ਵਰਗ ਸੰਖਿਆਵਾਂ ਨੇ, ਤਾਂ ਇਹਦਾ ਆਨਸਰ ਹੁੰਦਾ ਬੇਟਾ 2 × ਛੋਟੀ ਸੰਖਿਆ। ਤਾਂ ਆਪਣੇ ਕੋਲ 3 ਸੀਗੀਆਂ ਸੰਖਿਆਵਾਂ, ਪਹਿਲੀਆਂ 2 ਦੇ ਵਿਚਾਲੇ ਦੱਸਤਾ ਸੀ ਕਿੰਨੀਆਂ ਨੇ, ਤਾਂ ਇਹ ਕਦੋਂ ਆਉਣਗੀਆਂ, ਜਦੋਂ ਆਪਾਂ 2 ਨੂੰ ਛੋਟੀ ਸੰਖਿਆ ਨਾਲ ਗੁਣਾ ਕਰਾਂਗੇ। ਅੱਛਾ, ਮੈਂ A ਨੂੰ ਹੀ ਛੋਟੀ ਕਿਉਂ ਕਹੀ ਜਾਂਦੀ ਹਾਂ, ਕਿਉਂਕਿ ਇਹ ਲਗਾਤਾਰ ਸੰਖਿਆਵਾਂ ਨੇ ਤਾਂ A ਹੀ ਛੋਟੀ ਹੋਊਗੀ, ਠੀਕ ਹੈ। ਤਾਂ A B C ਉਸ ਤੋਂ ਬਾਅਦ ਹੀ ਲਗਾਤਾਰ ਸੰਖਿਆ ਬਣੇਗੀ। ਹੁਣ ਇੱਥੋਂ ਆਪਣੇ ਕੋਲ A ਆ ਜਾਊਗਾ 27, ਨਾਲ ਦੀ ਨਾਲ ਸੰਖਿਆਵਾਂ ਬਣ ਗਈਆਂ 27 28 ਅਤੇ 29। ਹੁਣ ਪਿਛਲੀਆਂ 2 ਦੇ ਵਿਚਾਲੇ ਕਿੰਨੀਆਂ ਹੋਣਗੀਆਂ, 2 × ਛੋਟੀ ਰਕਮ, 28 × 2 ਕਿੰਨਾ ਹੋ ਜਾਊਗਾ 56। ਤਾਂ ਇਹਦਾ ਆਪਸ਼ਨ ਆ ਜਾਊਗਾ ਸੈਕਿੰਡ। ਅੱਗੇ ਦੇਖੋ ਆਪਣੇ ਕੋਲ ਬਹੁਤ ਸਾਰੀਆਂ ਸੰਖਿਆਵਾਂ ਦੇਤੀਆਂ, ਠੀਕ ਹੈ। ਕਹਿੰਦੇ ਇਹਨਾਂ 'ਤੇ ਵਿਚਾਰ ਕਰੋ, ਕੰਸੀਡਰ ਦਾ ਗਿਵਨ ਸੈਟ ਆਫ ਨੰਬਰਸ। ਅਤੇ ਇਹਦੇ ਵਿੱਚ ਆਪਾਂ ਚੂਜ਼ ਕੀ ਕਰਨਾ, ਵਿਚ ਆਪਸ਼ਨ ਕਰੈਕਟਲੀ ਕਲਾਸੀਫਾਈ ਦਾ ਗਿਵਨ ਨੰਬਰ ਐਜ਼ ਕਿਊਬ ਨੰਬਰ ਐਂਡ ਨੋਨ ਕਿਊਬ ਨੰਬਰ। ਅਤੇ ਇਹਨਾਂ ਵਿਕਲਪਾਂ ਵਿੱਚੋਂ ਦੇਖੋ ਆਪਾਂ ਨੂੰ 4 ਆਨਸਰ ਦਿੱਤੇ ਹੋਏ ਨੇ, 4 ਚੋਂ ਚੁਣਨਾ ਹੈ ਵੀ ਕਿਹੜਾ ਸਹੀ ਹੋਊਗਾ। ਆਪਸ਼ਨਾਂ ਦੇਖ ਲਓ ਪਹਿਲਾਂ, ਇੱਕ ਵਾਰ ਪਤਾ ਲੱਗ ਜੂ ਵੀ ਅਸੀਂ ਚੁਣਨਾ ਕੀ ਹੈ। 6 ਕਿਊਬ ਨੰਬਰਸ ਨੇ, 4 ਨੋਨ ਕਿਊਬ ਨੇ, ਕਹਿੰਦੇ 6 ਪੂਰਨ ਘਨ ਨੇ, ਜਿਹੜੀਆਂ 4 ਨੇ ਉਹ ਗੈਰ ਪੂਰਨ ਘਨ ਨੇ। ਹਰੇਕ 'ਚ ਇਸ ਤਰ੍ਹਾਂ ਦਾ ਹੀ ਹੈ, 5 ਪੂਰਨ ਘਨ ਨੇ, 5 ਗੈਰ ਪੂਰਨ ਘਨ ਨੇ। ਇਹਦਾ ਮਤਲਬ ਆਪਾਂ ਸਿਰਫ ਇਹ ਚੈੱਕ ਕਰਨਾ ਹੈ ਗਿਵਨ ਨੰਬਰਸ ਦੇ ਵਿੱਚੋਂ ਵੀ ਕਿਹੜਾ ਜਿਹੜਾ ਹੈ ਨੰਬਰ ਉਹ ਪੂਰਨ ਘਨ ਹੈ ਅਤੇ ਕਿਹੜਾ ਨਹੀਂ ਹੈਗਾ। ਤਾਂ ਬੇਟਾ ਇਹਦੇ ਲਈ ਮੈਂ ਤੁਹਾਨੂੰ ਬਾਰ-ਬਾਰ ਕਿਹਾ ਹਰੇਕ ਵੀਡੀਓ ਦੇ ਵਿੱਚ ਜਿਹੜੀ ਇਸ ਨਾਲ ਰਿਲੇਟਿਡ ਹੁੰਦੀ ਹੈ ਕਿ ਤੁਸੀਂ ਘੱਟੋ ਘੱਟ 20 ਤੱਕ ਜਿਹੜੇ ਕਿਊਬ ਨੇ ਉਹ ਯਾਦ ਕਰ ਲਓ। ਜਿਵੇਂ 1 ਦਾ ਕਿਊਬ 1, 2 ਦਾ ਕਿਊਬ 8, 3 ਦਾ ਕਿਊਬ 27। ਕਿੱਦਾਂ ਬੇਟਾ, 3 ਦਾ ਕਿਊਬ ਹੈ ਤਾਂ 3 ਵਾਰ ਲਿਖਣਾ ਹੈ, 2 ਦਾ ਕਿਊਬ ਹੈ ਤਾਂ 2 ਨੂੰ 3 ਵਾਰ ਲਿਖਣਾ ਹੈ, ਠੀਕ ਹੈ। ਤਾਂ ਇੱਦਾਂ ਆਪਾਂ ਘੱਟੋ ਘੱਟ 20 ਤੱਕ ਯਾਦ ਕੀਤੇ ਹੋਣਗੇ ਤਾਂ ਇਸ ਤਰ੍ਹਾਂ ਦੇ ਆਪਸ਼ਨਲ ਕੁਐਸਚਨ ਕਰਨ 'ਚ ਪਰੇਸ਼ਾਨੀ ਨਹੀਂ ਆਊਗੀ। ਨਹੀਂ ਤਾਂ ਫਿਰ ਤੁਹਾਨੂੰ ਜੇ ਯਾਦ ਨਹੀਂ ਹੈਗੇ ਫਿਰ ਤੁਸੀਂ ਕੀ ਕਰੋਗੇ, ਇੱਦਾਂ ਹਰੇਕ ਇਕੱਲੇ ਇਕੱਲੇ ਦਾ ਬਣਾਉਂਦੇ ਰਹੋਗੇ, ਫਿਰ ਟ੍ਰਿਪਲੇਟ ਬਣਾਉਂਦੇ ਰਹੋਗੇ। ਟ੍ਰਿਪਲੇਟ ਮਤਲਬ 3 3 ਦਾ ਜੋਟਾ, 3 3 ਦਾ ਤ੍ਰਿਗੁੱਟ, ਫਿਰ ਤੁਸੀਂ ਲੱਭੋਗੇ ਵੀ ਪੂਰਨ ਘਣ ਹੈਗਾ ਕਿ ਨਹੀਂ ਹੈਗਾ, ਲੈਂਥੀ ਹੋ ਜਾਏਗਾ ਨਾ। ਚਲੋ ਆਪਾਂ ਦੇਖੋ ਇੱਦਾਂ ਕਰਦੇ ਹਾਂ। ਹੁਣ ਜਿਹੜਾ ਤਾਂ ਪਰਫੈਕਟ ਕਿਊਬ ਹੋਊਗਾ ਉਹਦੇ 'ਤੇ ਮੈਂ P ਲਿਖ ਦੂੰ, ਜਿਹੜਾ ਨਹੀਂ ਹੋਊਗਾ ਤਾਂ ਮੈਂ N ਲਿਖ ਦੂੰ। 215 ਤਾਂ 215 ਤਾਂ ਹੈ ਨਹੀਂ, ਨੌਨ ਕਿਊਬ ਹੈ, ਤਾਂ ਮੈਂ N ਲਿਖਤਾ। 625 ਇਹ ਵੀ ਕਿਸੇ ਦਾ ਕਿਊਬ ਨਹੀਂ ਹੁੰਦਾ। 841 ਇਹ ਵੀ ਕਿਸੇ ਦਾ ਕਿਊਬ ਨਹੀਂ ਹੁੰਦਾ। 1000 ਹਾਂਜੀ ਇਹ ਕਿਊਬ ਹੁੰਦਾ ਹੈ, ਕਿਸ ਦਾ, 10 ਦਾ।
13 31 ਇਹ 11 ਦਾ ਕਿਊਬ ਹੁੰਦਾ। 27 44 ਇਹ 14 ਦਾ ਕਿਊਬ ਹੁੰਦਾ। ਅਤੇ 1 2 3 2 1 ਇਹ ਨੌਨ ਕਿਊਬ ਨੰਬਰ ਹੈ। 27000 ਇਹ 30 ਦਾ ਕਿਊਬ ਹੁੰਦਾ। 35937 ਇਹ ਕਿਹਦਾ ਕਿਊਬ ਹੁੰਦਾ 33 ਦਾ। ਅਤੇ 64,000 64,000 ਕਿਹਦਾ ਕਿਊਬ ਹੁੰਦਾ ਇਹ 40 ਦਾ। ਨਾਲ ਨਾਲ ਲਿਖ ਵੀ ਦਿਓ। ਦੇਖੋ 1000 10 ਦਾ ਹੁੰਦਾ, 13 31 11 ਦਾ ਹੁੰਦਾ, 27 44 14 ਦਾ ਹੁੰਦਾ, 27000 30 ਦਾ ਹੁੰਦਾ, 35937 33 ਦਾ ਹੁੰਦਾ ਅਤੇ 64,000 40 ਦਾ। ਤਾਂ ਆਪਾਂ ਨੂੰ ਕਿੰਨੇ ਕਿਊਬ ਨੰਬਰ ਮਿਲੇ ਨੇ 1 2 3 4 5 6। ਤਾਂ ਆਪਾਂ ਨੂੰ ਮਿਲੇ ਨੇ ਬੇਟਾ 6 ਕਿਊਬ ਨੰਬਰ, 6 ਘਣ ਨੇ। ਅਤੇ ਫਿਰ ਕਿੰਨੇ ਰਹਿ ਗਏ ਜਿਹੜੇ ਨਹੀਂ ਘਣ ਹੈਗੇ 1 2 3 4। ਤਾਂ 4 ਆਪਾਂ ਨੂੰ ਇਹੋ ਜਿਹੇ ਮਿਲੇ ਨੇ ਜਿਹੜੇ ਨੌਨ ਕਿਊਬ ਨੇ, ਘਣ ਪੂਰਨ ਘਣ ਨਹੀਂ ਹੈਗੇ। ਤਾਂ ਕਿਹੜੀ ਆਪਸ਼ਨ ਹੈ? ਮੈਨੂੰ ਤਾਂ ਲੱਗਦਾ ਦੇਖੋ ਪਹਿਲੀ ਹੀ ਦਿਖ ਰਹੀ ਹੈ। 6 ਕਿਊਬ ਨੰਬਰਸ ਨੇ ਅਤੇ 4 ਨੌਨ ਕਿਊਬ ਨੰਬਰਸ ਨੇ। ਠੀਕ ਹੈ ਬੇਟਾ, ਸਮਝ ਆ ਗਿਆ ਇਹ ਕੁਐਸਚਨ? ਹਾਂਜੀ, ਅਗਲਾ ਦੇਖੋ। ਇਹ ਕਿੰਨਾ ਸੋਹਣਾ ਕੁਐਸਚਨ ਹੈ। ਦੇਖੋ ਇਹਨੇ ਦਿੱਤਾ ਹੈ, ਅਤੇ ਆਪਾਂ ਥੋੜ੍ਹੀ ਜਗ੍ਹਾ ਬਣਾ ਲਈਏ ਸਾਫ਼। P ਦੀ ਪਾਵਰ 3 ਹੈ ਇੰਟੂ P ਦੀ ਪਾਵਰ -2 ਹੈ। ਇਹ ਇੱਕ ਬਰੈਕਟ 'ਚ ਲਿਖਿਆ ਹੋਇਆ। ਠੀਕ ਹੈ, ਫਿਰ ਇੰਟੂ ਹੈ। Q ਦੀ ਪਾਵਰ 5 ਹੈ, Q ਦੀ ਪਾਵਰ -3 ਹੈ। ਇਹਦੀ ਸਾਰੇ ਦੀ ਵੈਲਿਊ ਦਿੱਤੀ ਹੋਈ ਹੈ 50। ਫਿਰ ਇਹਨੇ ਪੁੱਛਿਆ ਵਾਟ ਇਜ਼ ਦਾ ਵੈਲਿਊ ਆਫ P ਐਂਡ Q? P ਅਤੇ Q ਦਾ ਮੁੱਲ ਕੀ ਹੋਊਗਾ? ਤਾਂ ਬੱਚੇ ਪਹਿਲਾਂ ਇਹਨਾਂ ਨੂੰ ਸੋਲਵ ਕਰੋ, ਘਾਤਾਂ ਦੇ ਨਿਯਮ ਲਗਾਓ। P ਦੇਖੋ ਆਧਾਰ ਬਰਾਬਰ ਨੇ, ਵਿਚਾਲੇ ਗੁਣਾ ਦੀ ਨਿਸ਼ਾਨੀ ਹੈ, ਤਾਂ ਇਹਨਾਂ ਦੀਆਂ ਘਾਤਾਂ ਕੀ ਹੋ ਜਾਣਗੀਆਂ ਪਲੱਸ। ਤਾਂ ਉਹ 2 ਆਪ ਮਾਈਨਸ ਦੀ ਸੀ, ਉਹ ਤਾਂ ਬਰੈਕਟ 'ਚ ਰੱਖਣੀ ਪਊਗੀ ਹੈ ਨਾ। ਸੇਮ ਬੇਟਾ Q ਆਧਾਰ ਬਰਾਬਰ ਨੇ, ਘਾਤਾਂ ਕੀ ਹੋ ਜਾਣਗੀਆਂ ਪਲੱਸ। ਤਾਂ P ਦੀ ਵੈਲਿਊ ਕਿੰਨੀ ਆ ਗਈ 1, Q ਦੀ ਵੈਲਿਊ ਪਾਵਰ ਕਿੰਨੀ ਆ ਗਈ 2 ਇਕੁਅਲ ਟੂ ਕਿੰਨਾ 50। ਤਾਂ ਹੁਣ ਬੇਟੇ ਤੁਸੀਂ 50 ਦੇ ਫੈਕਟਰਸ ਬਣਾਓ। ਪਹਿਲਾਂ ਇਹ 2 'ਤੇ ਗਿਆ 25, ਫਿਰ 5 'ਤੇ ਗਿਆ 5, ਫਿਰ 5 'ਤੇ ਗਿਆ 1। ਤਾਂ ਬੇਟਾ ਜੀ P ਇੰਟੂ Q ਸਕੇਅਰ ਕਿਹਦੇ ਬਰਾਬਰ ਆ ਗਿਆ 2 ਇੰਟੂ 5 ਦਾ ਸਕੇਅਰ। ਹੁਣ ਇਹਨਾਂ ਨੂੰ ਕੰਪੇਅਰ ਕਰੋ। ਦੇਖੋ ਜੋ ਸਿੰਗਲ ਰਕਮ ਹੈ ਉਹ ਸਿੰਗਲ ਦੇ ਬਰਾਬਰ ਹੋਊਗੀ, ਤਾਂ P ਕਿਹਦੇ ਬਰਾਬਰ ਆ ਗਿਆ 2 ਦੇ। ਜਿਹਦੇ ਉੱਪਰ ਸਕੇਅਰ ਪਾਵਰ ਹੈ ਉਹ ਸਕੇਅਰ ਵਾਲੇ ਦੇ ਬਰਾਬਰ ਹੋਊਗੀ। ਦੇਖੋ Q ਕਿਹਦੇ ਬਰਾਬਰ ਆ ਜਾਊਗਾ 5 ਦੇ। ਆਪਾਂ ਨੇ ਕੰਪੇਅਰ ਕਰਕੇ ਦੇਖਿਆ, P ਆ ਗਿਆ 2 ਅਤੇ Q ਆ ਗਿਆ 5। ਕਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ? ਫਸਟ ਆਪਸ਼ਨ 'ਚ। ਅੱਛਾ, ਤੁਸੀਂ ਇੰਨਾ ਉਹ ਪਲੱਸ ਪਲੱਸ ਪਾ ਕੇ ਨਹੀਂ ਲਿਖਣਾ, ਸਿਰਫ ਡਾਇਰੈਕਟਲੀ ਚੱਲਣਾ, ਕਿਉਂਕਿ ਆਪਸ਼ਨਲ ਕੁਐਸਚਨ ਹੈ, ਟਾਈਮ ਆਪਣੇ ਕੋਲ ਘੱਟ ਹੈ। ਤਾਂ 3 ਹੈ, ਇੱਕ ਤੇ ਮਾਈਨਸ ਦਾ 2 ਹੈ, ਤਾਂ ਆਪਾਂ ਨੂੰ ਪਤਾ ਹੈ ਵੀ 3 ਚੋਂ 2 ਘਟਾਵਾਂਗੇ 1 ਆ ਜਾਊਗਾ। Q ਹੈ, ਪਾਵਰ ਆਪਾਂ ਪਲੱਸ ਕਰਨੀਆਂ ਚਾਹੁੰਦੇ ਹਾਂ ਹੈ ਨਾ, ਤਾਂ 5 ਹੈ, ਇੱਕ ਮਾਈਨਸ ਦਾ 3 ਹੈ, ਪਲੱਸ ਕਰਾਂਗੇ ਤਾਂ 5 ਚੋਂ 3 ਘਟਣਗੇ, 2 ਆਨਸਰ ਆ ਜਾਊਗਾ। ਦੂਸਰੇ ਪਾਸੇ ਫਟਾਫਟ ਤੁਸੀਂ ਦੇਖਣਾ ਹੈ ਕਿ 50 ਦੇ ਟੋਟੇ ਕੀ ਬਣੇ। ਤਾਂ P ਜਿਹੜਾ ਹੈ ਸਿੰਗਲ ਪਾਵਰ ਵਾਲੇ ਦੇ ਬਰਾਬਰ ਹੋ ਗਿਆ। 2 ਪਾਵਰ ਵਾਲਾ ਜਿਹੜਾ Q ਸੀ ਉਹ 2 ਪਾਵਰ ਵਾਲੇ 5 ਦੇ ਇਕੁਅਲ ਹੋ ਗਿਆ। ਤਾਂ ਕਿਹੜੀ ਆਪਸ਼ਨ ਆਨਸਰ ਆ ਗਈ? ਫਸਟ ਆਪਸ਼ਨ। ਅਗਲਾ ਕੁਐਸਚਨ ਦੇਖੋ, ਇਹਨੇ ਕੀ ਹੈ ਆਪਣੇ ਕੋਲੇ। ਹਾਂਜੀ, ਏਰੀਆ ਆਫ ਸਕੇਅਰ ਮਤਲਬ ਵਰਗ ਦਾ ਖੇਤਰਫਲ। ਵਰਗ ਦਾ ਖੇਤਰਫਲ ਕਿੰਨਾ ਦਿੱਤਾ ਹੋਇਆ 4x ਸਕੇਅਰ ਪਲੱਸ 12xy ਪਲੱਸ 9y ਦਾ ਸਕੇਅਰ। ਪੁੱਛਿਆ ਕੀ ਹੈ? ਵਰਗ ਦੀ ਭੁਜਾ, ਸਾਈਡ ਆਫ ਸਕੇਅਰ। ਤਾਂ ਰਾਜੇ ਤੁਹਾਨੂੰ ਪਤਾ ਹੈ ਕਿ ਏਰੀਆ ਆਫ ਸਕੇਅਰ ਕਿਹਦੇ ਬਰਾਬਰ ਹੁੰਦਾ ਹੈ ਜੀ? ਭੁਜਾ ਗੁਣਾ ਭੁਜਾ। ਮਤਲਬ 2 ਸੇਮ ਫੈਕਟਰ ਬਣਨਗੇ ਇਹਦੇ, ਉਹਨਾਂ ਵਿੱਚੋਂ ਇੱਕ ਕੀ ਹੋਊਗੀ ਇਹਦੀ ਭੁਜਾ। ਤਾਂ ਪਹਿਲਾਂ ਇਹਦੇ ਫੈਕਟਰ ਬਣਾਓ, ਗੁਣਨ ਖੰਡੀਕਰਨ ਕਰੋ। 4x ਦਾ ਸਕੇਅਰ ਹੈ ਤਾਂ ਉਹਨੂੰ ਆਪਾਂ ਕਿਹਦਾ ਸਕੇਅਰ ਲਿਖ ਸਕਦੇ ਹਾਂ 2x ਦਾ। 9y ਦਾ ਸਕੇਅਰ ਹੈ, ਇਹਨੂੰ ਆਪਾਂ ਕਿਹਦਾ ਹੋਲ ਸਕੇਅਰ ਲਿਖ ਸਕਦੇ ਹਾਂ 3y ਦਾ। ਸੈਂਟਰ ਵਾਲੀ ਰਕਮ ਨੂੰ ਦੇਖਣ ਦੀ ਲੋੜ ਨਹੀਂ ਹੁੰਦੀ, ਉਹ 2 ਇੰਟੂ ਫਸਟ ਸੈਕਿੰਡ ਲਿਖਣਾ ਹੁੰਦਾ। ਫਿਰ ਉਹਨੂੰ ਚੈੱਕ ਕਰਕੇ ਦੇਖ ਲਓ ਵੀ ਜੋ ਗਿਵਨ ਸੀ ਉਹੀ ਬਣ ਰਹੀ ਹੈ। 2 ਦੂਣੀ 4, 4 ਤੀਏ 12xy, ਹਾਂਜੀ ਇਹੀ ਬਣ ਰਹੀ ਹੈ। ਤਾਂ ਫਿਰ ਇਹ ਕਿਹੜੀ ਆਈਡੈਂਟਿਟੀ ਨਾਲ ਮੈਚ ਕਰ ਰਿਹਾ? 2x ਪਲੱਸ 3y ਦਾ ਹੋਲ ਸਕੇਅਰ, a ਪਲੱਸ b ਦਾ ਸਕੇਅਰ। ਇਹਨੂੰ ਆਪਾਂ 2 ਵਾਰੀ ਲਿਖਾਂਗੇ ਤਾਂ ਬਣ ਗਿਆ ਜੀ ਭੁਜਾ ਗੁਣਾ ਭੁਜਾ। ਦੇਖੋ ਇਹ ਵੀ ਭੁਜਾ ਹੈ, ਇਹ ਵੀ ਭੁਜਾ ਹੈ, ਇਹਨਾਂ ਦੀ ਗੁਣਾ ਕੀਤੀ ਤਾਂ ਵਰਗ ਦਾ ਖੇਤਰਫਲ ਬਣਿਆ ਸੀ। ਤਾਂ ਫਿਰ ਭੁਜਾ ਕਿਹੜੀ ਆ ਗਈ ਜੀ 2x ਪਲੱਸ 3y।
ਕਲੀਅਰ ਹੋ ਗਿਆ ਬੇਟਾ। ਇਸ ਤਰ੍ਹਾਂ ਦਾ ਕੋਈ ਵੀ ਸਮ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਤਾਂ ਤੁਸੀਂ ਧਿਆਨ ਦੇਣਾ ਹੈ ਕਿ ਵਰਗ ਦੀ ਗੱਲ ਹੋ ਰਹੀ ਹੈ ਤਾਂ ਇਹ ਸਾਈਡਾਂ ਬਣਾਉਣੀਆਂ ਨੇ ਆਪਾਂ ਨੇ। ਤਾਂ ਉਹ ਜਦੋਂ ਦੋ ਗਿਵਨ ਇਕੁਅਲ ਫੈਕਟਰ ਆਉਣਗੇ, ਬਰਾਬਰ ਬਰਾਬਰ ਗੁਣਨਖੰਡ ਆਉਣਗੇ, ਤਾਂ ਉਹਨਾਂ ਵਿੱਚੋਂ ਹਰੇਕ ਬਰਾਬਰ ਗੁਣਨਖੰਡ ਜਿਹੜਾ ਹੋਊਗਾ ਉਹ ਸਕੇਅਰ ਦੀ ਸਾਈਡ ਹੋਊਗਾ, ਭੁਜਾ ਹੋਊਗਾ। ਠੀਕ ਹੈ। ਅਗਲਾ ਕੁਐਸਚਨ ਦੇਖੋ ਤੁਹਾਡਾ 16ਵੇਂ ਚੈਪਟਰ 'ਚੋਂ ਹੈ। ਵਾਟ ਵੈਲਿਊ ਆਫ ਕੇ ਵੁੱਡ ਮੇਕ ਦਾ ਨੰਬਰ ਦਿਸ ਡਿਵਿਜ਼ੀਬਲ ਬਾਈ 11। ਤਾਂ ਕਹਿੰਦੇ ਕੇ ਦਾ ਕਿਹੜਾ ਮੁੱਲ ਇਸ ਸੰਖਿਆ ਨੂੰ 11 ਨਾਲ ਭਾਗ ਕਰ ਦਊਗਾ। ਤਾਂ ਬੇਟਾ ਦਿਮਾਗ ਦੇ ਵਿੱਚ 11 ਨਾਲ ਭਾਜਯੋਗਤਾ ਦਾ ਨਿਯਮ ਯਾਦ ਕਰੋ। ਇੱਥੇ ਨਾ ਮੈਂ ਕੌਮੇ ਪਾ ਰਹੀ ਹਾਂ ਤਾਂ ਕਿ ਤੁਹਾਨੂੰ ਕਲੀਅਰਲੀ ਦਿਖ ਸਕੇ। ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਬੇਟਾ, ਇੱਕ ਛੱਡ ਕੇ ਐਦਾਂ ਅੱਖਰ ਜੋੜਦੇ ਹੁੰਦੇ ਹਾਂ। ਜਿਵੇਂ ਇੱਕ ਮੈਂ ਉੱਪਰਲੇ ਪਾਸੇ ਪਾਤਾ 1 1 ਛੱਡ ਕੇ, ਇੱਕ ਨਿਚਲੇ ਪਾਸੇ ਆਪਾਂ ਨੇ 1 1 ਛੱਡ ਕੇ ਜਿਹੜੇ ਨੇ ਟਿਕਸ ਲਗਾ ਲਈਆਂ। ਤਾਂ ਇਹਨਾਂ ਨੂੰ ਅੱਡ ਅੱਡ ਜੋੜੋ। ਜਿਵੇਂ ਆਪਾਂ ਨੇ ਉੱਪਰਲੇ ਪਾਸੇ ਲਗਾਈਆਂ ਨੇ 7 + k + 7, ਤਾਂ ਇਹ ਬਣ ਗਿਆ 14 + k। ਹੁਣ ਜਿਹਨਾਂ 'ਤੇ ਨਿਚਲੇ ਪਾਸੇ ਆਪਾਂ ਲਗਾਈਆਂ ਸੀ 5 + 0 + 7 ਕਿੰਨਾ ਆ ਗਿਆ 12। ਤਾਂ ਰੂਲ ਕੀ ਕਹਿੰਦਾ ਕਿ ਈਵਨ ਨੰਬਰ ਅਤੇ ਔਡ ਨੰਬਰ ਦੇ ਜਿਹੜੇ ਤੁਸੀਂ ਅੰਕਾਂ ਦਾ ਜੋੜ ਕੀਤਾ ਹੈ ਉਹਨਾਂ ਦਾ ਡਿਫਰੈਂਸ ਕਰਨਾ, ਮਤਲਬ ਮਾਈਨਸ ਕਰਨਾ। ਚਲੋ ਮਾਈਨਸ ਕਰ ਦਿੰਦੇ ਹਾਂ। 14 + ਦਾ 12 ਮਾਈਨਸ ਦਾ k + 2 ਆ ਗਿਆ। ਹੁਣ ਜੋ ਕਹਿੰਦੇ ਮਾਈਨਸ ਕਰਕੇ ਆਉਂਦਾ ਉਹ ਜਾਂ ਤਾਂ 0 ਹੋਵੇ ਜਾਂ ਫਿਰ 11 ਦੇ ਪਹਾੜੇ 'ਤੇ ਆਉਣ ਵਾਲੀ ਸੰਖਿਆ ਹੋਵੇ, ਫਿਰ ਨੰਬਰ 11 'ਤੇ ਭਾਗ ਹੁੰਦਾ। ਹੁਣ ਆਪਣੇ ਕੋਲ ਆਨਸਰ ਆਇਆ k + 2। 0 ਤਾਂ ਬਣ ਨਹੀਂ ਸਕਦਾ, k ਦੀ ਥਾਂ 'ਤੇ ਆਪਾਂ ਕੁਛ ਮਰਜ਼ੀ ਭਰ ਲਈਏ। 0 ਕਦੋਂ ਬਣੂ, ਜਦੋਂ ਮਾਈਨਸ ਦਾ 2 ਲਾਵਾਂਗੇ। ਤਾਂ ਮਾਈਨਸ ਦਾ 2 ਤਾਂ ਸੰਖਿਆ ਦੇ ਵਿਚਾਲੇ ਆ ਨਹੀਂ ਸਕਦਾ। ਤਾਂ k + 2 ਦੇ ਵਿੱਚ ਆਪਾਂ k ਦੀ ਥਾਂ 'ਤੇ ਵੱਧ ਤੋਂ ਵੱਧ ਕੀ ਭਰ ਸਕਦੇ ਹਾਂ ਕਿ ਇਹ 11 'ਤੇ ਆ ਜਾਵੇ, 9 ਭਰ ਸਕਦੇ ਹਾਂ ਬੇਟਾ, ਕਿਉਂਕਿ 9 ਦੇ ਵਿੱਚ 2 ਜੋੜਾਂਗੇ ਕਿੰਨਾ ਆ ਜਾਊਗਾ 11। ਤਾਂ ਜਦੋਂ 11 ਜੋੜ ਆ ਜਾਊਗਾ, ਅੰਤਰ ਜਿਹੜਾ ਹੈਗਾ ਉਹਨਾਂ ਦਾ ਜੋੜ ਨਹੀਂ, ਅੰਤਰ ਈਵਨ ਸਥਾਨ ਦੇ ਅੰਕਾਂ ਦਾ ਅਤੇ ਔਡ ਸਥਾਨ ਦੇ ਅੰਕਾਂ ਦਾ ਜਿਹੜਾ ਜੋੜ ਸੀਗਾ ਉਹਨਾਂ ਦਾ ਆਪਾਂ ਅੰਤਰ ਕੀਤਾ ਸੀ। ਠੀਕ ਹੈ। ਜੋ 11 ਆਊਗਾ ਫਿਰ ਹੀ ਜਿਹੜੀ ਸੰਖਿਆ ਉਹ 11 ਦੇ ਪਹਾੜੇ 'ਤੇ ਜਾਊਗੀ। ਤਾਂ ਉਸ ਦੇ ਲਈ ਆਪਾਂ ਨੂੰ k ਦੀ ਥਾਂ 'ਤੇ ਕੀ ਭਰਨਾ ਪਊਗਾ 9, 4th ਆਪਸ਼ਨ। ਠੀਕ ਹੈ ਜੀ। ਅਗਲਾ ਕੁਐਸਚਨ ਇਹ ਦੇਖੋ, ਸੌਖਾ ਕੁਐਸਚਨ ਹੀ ਹੈ। ਬਿਟਵੀਨ 2 ਗਿਵਨ ਰੈਸ਼ਨਲ ਨੰਬਰਸ, 2 ਰੈਸ਼ਨਲ ਨੰਬਰ ਨੇ ਆਪਣੇ ਕੋਲੇ, ਕਹਿੰਦੇ ਇਹਨਾਂ ਦੇ ਵਿਚਾਲੇ ਅਸੀਂ ਕਿੰਨੇ ਲੱਭ ਸਕਦੇ ਹਾਂ। ਤਾਂ ਬਸ ਤੁਸੀਂ ਆਪਸ਼ਨਾਂ ਦੇਖੋ, ਤੁਹਾਨੂੰ ਆਪਸ਼ਨ ਲੱਭ ਜੂਗੀ ਇਨਫਿਨਿਟ ਮੈਨੀ ਰੈਸ਼ਨਲ ਨੰਬਰਸ, ਅਨੰਤ ਰੂਪ ਵਿੱਚ ਕਈ ਪਰਿਮੇਯ ਸੰਖਿਆਵਾਂ। ਅਗਲਾ ਵੀ ਦੇਖੋ ਕੁਐਸਚਨ, ਆਪਣੇ 100 ਡੇਜ਼ ਵਾਲੀਆਂ ਆਉਂਦੀਆਂ ਹੁੰਦੀਆਂ ਸੀ ਨਾ ਸ਼ੀਟਸ, ਉਹਨਾਂ ਦੇ ਵਿੱਚੋਂ ਇਹ ਕੁਐਸਚਨ। ਕਈ ਸਾਰੇ ਨੰਬਰ ਦਿੱਤੇ ਹੋਏ ਨੇ, ਆਪਾਂ ਇਹਨਾਂ ਨੂੰ ਕਲਾਸੀਫਾਈ ਕਰਨਾ ਹੈ, ਵੰਡਣਾ ਹੈ। ਇਹਦੇ ਵਿੱਚ ਪਰਫੈਕਟ ਅਤੇ ਨੋਨ ਪਰਫੈਕਟ ਸਕੇਅਰ ਨੰਬਰ, ਪੂਰਨ ਵਰਗ ਅਤੇ ਜਿਹੜੇ ਪੂਰਨ ਵਰਗ ਨਹੀਂ ਹੈਗੇ। ਤਾਂ ਆਪਸ਼ਨਾਂ 'ਚੋਂ ਹੀ ਚੈੱਕ ਕਰਦੇ ਹਾਂ ਬੇਟਾ। 615 ਪਹਿਲਾਂ ਤਾਂ ਇਹ ਸਕੇਅਰ ਹੈ ਹੀ ਨਹੀਂਗਾ, ਇਹਨਾਂ ਨੇ ਸਕੇਅਰ ਵਾਲੇ ਖਾਨੇ 'ਚ ਲਿਖਤਾ। ਇਟ ਮੀਨਸ ਪਹਿਲੀ ਆਪਸ਼ਨ ਤਾਂ ਕ੍ਰੋਸ ਹੋ ਗਈ, ਇਹ ਨਹੀਂ ਆਉਂਦੀ। ਸੈਕਿੰਡ 576, ਹਾਂਜੀ ਇਹ ਤਾਂ ਹੁੰਦਾ ਸਕੇਅਰ, ਪਰਫੈਕਟ ਸਕੇਅਰ ਹੈਗਾ। ਠੀਕ ਹੈ। ਅਤੇ ਅਗਲਾ ਹੈਗਾ ਆਪਣੇ ਕੋਲੇ ਨੰਬਰ 784, ਇਹ ਵੀ ਪਰਫੈਕਟ ਸਕੇਅਰ ਹੈਗਾ। 1024 ਇਹ ਵੀ ਪੂਰਨ ਵਰਗ ਹੈਗਾ। 1225 ਤਾਂ ਇਹ ਵੀ ਪੂਰਨ ਵਰਗ ਹੈਗਾ। ਤਾਂ ਸੈਕਿੰਡ ਸਾਈਡ 'ਤੇ ਦੇਖਦੇ ਹਾਂ ਆਪਾਂ ਕੀ ਲਿਖਿਆ ਹੋਇਆ ਇਹਨੇ। 615 ਠੀਕ ਹੈ, ਨਹੀਂ ਹੈਗਾ। 961 ਪੱਟ 961 ਬੇਟਾ ਪੂਰਨ ਵਰਗ ਸੰਖਿਆ ਹੈ। ਇਹਨੇ ਇਸ ਸਾਈਡ 'ਤੇ ਲਿਖਣੀ ਸੀ ਪਰ ਦੂਜੀ ਸਾਈਡ 'ਤੇ ਲਿਖ ਦਿੱਤੀ, ਇਸ ਕਰਕੇ ਇਹ ਆਪਸ਼ਨ ਵੀ ਨਹੀਂ ਹੋ ਸਕਦੀ। ਤਾਂ ਅਗਲੀਆਂ 'ਚ ਦੇਖਦੇ ਹਾਂ ਬੇਟਾ। 576 ਹਾਂਜੀ ਹੈਗਾ ਪਰਫੈਕਟ ਸਕੇਅਰ। 784 961 1024 1225 ਹਾਂਜੀ ਇਹ ਠੀਕ ਨੇ, ਸਾਰੀਆਂ ਪੂਰਨ ਵਰਗ ਨੇ। ਦੂਜੇ ਪਾਸੇ ਦੇਖਦੇ ਹਾਂ ਵੀ ਕੋਈ ਵਰਗ ਤਾਂ ਨਹੀਂ ਲਿਖਤੀ। 615 ਨਹੀਂ ਹੈਗੀ ਜੀ ਵਰਗ। 972 ਨਹੀਂ ਹੈਗੀ ਜੀ। 1396 ਤਾਂ ਇਹ ਵੀ ਨਹੀਂ ਹੈਗੀ ਪੂਰਨ ਵਰਗ। ਠੀਕ ਹੈ। ਤਾਂ ਇਹਦਾ ਮਤਲਬ ਆਪਣਾ ਕਿਹੜੀ ਆਪਸ਼ਨ ਜਿਹੜੀ ਆ ਉਹ ਸਹੀ ਜਾ ਰਹੀ ਹੈ, ਸੀ ਆਪਸ਼ਨ। ਤੁਹਾਡਾ ਜੀ ਕਰਦਾ ਤੁਸੀਂ ਡੀ ਵੀ ਦੇਖ ਲਓ, ਉਹ 'ਚ 615 ਪੂਰਨ ਵਰਗ 'ਚ ਲਿਖਿਆ ਹੋਇਆ, ਉਹ ਤਾਂ ਹੈ ਹੀ ਨਹੀਂ ਪੂਰਨ ਵਰਗ। ਠੀਕ ਹੈ ਬੇਟਾ। ਤਾਂ ਇਹ ਸੀਗੀ ਬੇਟਾ ਤੁਹਾਡੀ ਵੀਕਲੀ ਸ਼ੀਟ ਨੰਬਰ 10, ਜਿਹਦੇ ਕਿੰਨੇ ਕੁਐਸਚਨ ਸੀ, ਥੋੜ੍ਹੇ ਕੁਐਸਚਨ ਸੀ ਇਹਦੇ ਵਿੱਚ, 10 ਕੁਐਸਚਨ ਸੀਗੇ। ਤਾਂ ਇਹ ਤੁਹਾਡੀ ਰਿਵੀਜ਼ਨ ਸ਼ੀਟ ਹੈ ਬੇਟਾ, ਜਿੰਨੇ ਤੁਹਾਡੇ ਜਿਹੜਾ ਚੈਪਟਰਸ ਆਪਾਂ ਹੁਣ ਤੱਕ ਕੀਤੇ ਨੇ ਉਹਨਾਂ ਦੇ ਵਿੱਚੋਂ ਇੰਪੋਰਟੈਂਟ ਕੁਐਸਚਨਸ ਲਏ ਗਏ ਨੇ। ਬਹੁਤ ਧਿਆਨ ਨਾਲ ਬੇਟਾ ਇਹਨਾਂ ਨੂੰ ਸਿੱਖ ਲਿਓ। ਅਤੇ ਜੇ ਤੁਸੀਂ ਕੋਈ ਅਸਾਈਨਮੈਂਟ ਵਾਲੀ ਕਾਪੀ ਲਗਾ ਰੱਖੀ ਹੈ ਜਾਂ ਤੁਸੀਂ ਅਸਾਈਨਮੈਂਟ ਸ਼ੀਟਸ ਤੁਹਾਨੂੰ ਮਿਲ ਰਹੀਆਂ ਨੇ
ਉਸ 'ਤੇ ਇਹਨਾਂ ਨੂੰ ਨੋਟ ਡਾਊਨ ਕਰ ਲਿਓ। ਠੀਕ ਹੈ ਜੀ, ਆਪਣੇ ਨਾਲ ਦੇ ਫਰੈਂਡਸ ਨੂੰ ਸ਼ੇਅਰ ਵੀ ਕਰ ਦਿਓ ਬੇਟਾ। ਬਾਏ ਬੱਚੇ।